अस्सलामुअलैकुम सत श्री अकाल तमाम वीरा भैणां ते भरावां नूं साडे वेखण वालियां नूं ते असीं पहली वीडियो जिहड़ी बनाई सी ਉਹ ਕਿਹਦੇ ਬਾਰੇ ਜੀ ਸੀ ਸਰਦਾਰ ਹਰੀ ਸਿੰਘ ਨਲਵਾ ਦੇ ਬਾਰੇ ਦੇ ਵਿੱਚ ਉਹਨਾਂ ਦੀ ਸ਼ਖਸੀਅਤ ਦੇ ਕੁਝ ਪਹਿਲੂ ਅਸੀਂ ਜਾਣੇ ਸੀ ਪਾਰਟ 1 ਦੇ ਵਿੱਚ। ਪਾਰਟ 1 ਵਿੱਚ ਅਸੀਂ ਵੇਖੇ ਸਨ ਵੀ ਸਰਦਾਰ ਹਰੀ ਸਿੰਘ ਨਲਵਾ ਨੇ ਆਪਣੀ ਬਹਾਦਰੀ ਜਿਹੜੀ ਹੈ ਉਹ ਕਿਵੇਂ ਵਿਖਾਈ ਸੀ ਤੇ ਕਿਵੇਂ ਐਜ਼ ਏ ਬਾਡੀਗਾਰਡ ਸਰਦਾਰ ਰਣਜੀਤ ਸਿੰਘ ਕੋਲ ਤਾਇਨਾਤ ਹੋਏ ਸਨ ਤੇ ਉਹਨਾਂ ਨੇ ਉਹਨਾਂ ਦੀ ਬਹਾਦਰੀ ਵੇਖ ਕੇ ਇੱਕ ਮੇਲੇ ਵਿੱਚ ਤੇ ਉਹਨਾਂ ਨੂੰ ਆਪਣਾ ਬਾਡੀਗਾਰਡ ਰੱਖ ਲਿਆ ਸੀ ਤੇ ਸੋ ਉਹਨਾਂ ਨੇ ਅੱਗੇ ਵੀ ਜਾ ਕੇ ਇੱਕ ਸ਼ੇਰ ਨੂੰ ਦੇ ਜਬੜੇ ਵਿੱਚ ਪਾ ਕੇ ਆਪਣਾ ਹੱਥ ਤੇ ਉਹਨਾਂ ਦਾ ਮੁਕਾਬਲਾ ਕੀਤਾ ਸੀ ਸ਼ੇਰ ਦਾ ਤੇ ਰਣਜੀਤ ਸਿੰਘ ਦੀ ਜਾਨ ਬਚਾਈ ਸੀ। ਇਸ ਲਈ ਤੇ ਉਹਨਾਂ ਨੇ ਉਹਨਾਂ ਨੂੰ ਨਲਵਾ ਦਾ ਖਿਤਾਬ ਦਿੱਤਾ ਸੀ। ਸੋ ਅਸੀਂ ਅੱਜ ਦੀ ਵੀਡੀਓ ਵਿੱਚ ਵੇਖਾਂਗੇ ਉਹਨਾਂ ਦੀ ਬਹਾਦਰੀ ਦੇ ਮਜ਼ੀਦ ਕਿੱਸੇ ਤੇ ਪਹਿਲੇ ਵੀਡੀਓ ਵੇਖ ਲਓ। ਹਾਂਜੀ ਸਤਿ ਸ਼੍ਰੀ ਅਕਾਲ ਗੇਮ ਚੇਂਜਰਸ, ਕੀ ਹਾਲ ਚਾਲ ਹੈ ਤੁਹਾਡਾ ਸਭ ਦਾ। ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਨਾਲ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗਾ ਕਿ ਤੁਸੀਂ ਇਸ ਨਿਮਾਣੇ ਜਿਹੇ ਸੇਵਕ ਤੇ ਪਿਛਲੇ ਵੀਡੀਓ ਨੂੰ ਇੰਨਾ ਮਾਣ ਬਖਸ਼ਿਆ। ਚੈਨਲ ਨਵਾਂ ਹੋਣ ਦਾ ਕਰਕੇ ਜਿੱਥੇ ਪਹਿਲਾਂ ਇੱਕ ਵੀਡੀਓ ਤੇ 100 ਵਿਊਜ਼ ਵੀ ਨਹੀਂ ਆਉਂਦੇ ਸੀ, ਉੱਥੇ ਤੁਸੀਂ ਪਿਛਲੇ ਵੀਡੀਓ ਦੇ ਵਿਊਜ਼ ਨੂੰ 1 ਲੱਖ ਤੋਂ ਵੀ ਪਾਰ ਟਪਾ ਦਿੱਤਾ। ਕਮੈਂਟ ਬਾਕਸ ਵਿੱਚ ਵੀ ਜਿਹੜਾ ਮਾਣ ਤੁਸੀਂ ਬਖਸ਼ਿਆ ਉਹਦੇ ਲਈ ਵੀ ਆਪ ਜੀ ਦਾ ਲੱਖ ਧੰਨਵਾਦ। ਜਰਨੈਲ ਹਰੀ ਸਿੰਘ ਜੀ ਨਲਵਾ ਦੀ ਸ਼ਹੀਦੀ 30 ਅਪ੍ਰੈਲ 1837 ਨੂੰ ਹੋਈ ਸੀ, ਯਾਨੀ ਕਿ 2037 ਤੱਕ ਇਸ ਨੂੰ ਪੂਰੇ 200 ਸਾਲ ਹੋ ਜਾਣਗੇ। ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਇਹਨਾਂ 200 ਸਾਲਾਂ 'ਚ ਵੀ ਅਸੀਂ ਇੰਨਾ ਕੰਟੈਂਟ ਕ੍ਰੀਏਟ ਨਹੀਂ ਕਰ ਪਾਏ ਹਾਂ ਕਿ ਇਸ ਮਹਾਨ ਸ਼ਖਸੀਅਤ ਦੀ ਪ੍ਰੇਰਨਾ ਅਗਲੀ ਪੀੜ੍ਹੀ ਤੱਕ ਪਹੁੰਚ ਸਕੇ। ਇਦਾਂ ਨਹੀਂ ਹੈ ਕਿ ਇਹ ਗੱਲਾਂ ਇਤਿਹਾਸ ਵਿੱਚ ਦਰਜ ਨਹੀਂ ਹਨ, ਬਿਖਰੇ ਹੋਏ ਸੋਰਸਸ 'ਚ ਬੁੱਕਸ 'ਚ ਸਭ ਕੁਝ ਅਵੇਲੇਬਲ ਹੈ। ਇਸ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣ ਲਈ ਸਾਡੇ ਕੋਲ ਇੰਟਰਨੈਟ ਤੇ ਟੈਕਨੋਲੋਜੀ ਵੀ ਹੈ, ਬਟ ਦੁੱਖ ਦੀ ਗੱਲ ਹੈ ਕਿ ਕੋਈ ਇਦਾਂ ਦਾ ਕੰਟੈਂਟ ਬਣਾਉਣਾ ਹੀ ਨਹੀਂ ਚਾਹੁੰਦਾ। ਜੇ ਸਾਡੀ ਕੌਮ ਦੇ ਮੇਨ ਰੋਲ ਮਾਡਲਸ ਵਿੱਚੋਂ ਇੱਕ ਸਰਦਾਰ ਹਰੀ ਸਿੰਘ ਜੀ ਨਲੂਆ ਬਾਰੇ ਹੀ ਬਾਲਾ ਕੁਝ ਅਵੇਲੇਬਲ ਨਹੀਂ ਹੈ, ਤਾਂ ਫਿਰ ਭਾਈ ਜੈਤਾ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਦੀਵਾਨ ਟੋਂਡਰਮਲ, ਪੀਰ ਬੁੱਧੂ ਸ਼ਾਹ ਜੀ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਗਦਰ ਲਹਿਰ, ਖਾੜਕੂ ਲਹਿਰ, ਬੱਬਰ ਲਹਿਰ, ਦੁੱਲਾ ਪੱਟੀ, ਸੁੱਚਾ ਸੂਰਮਾ, ਜਿਉਣੇ ਮੋੜ, ਇਹਨਾਂ ਸਭ ਬਾਰੇ ਤਾਂ ਬਾਲਾ ਕੁਝ ਅਵੇਲੇਬਲ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸਰਕਾਰਾਂ ਤਾਂ ਪਹਿਲਾਂ ਹੀ ਸਾਡੇ ਇਤਿਹਾਸ ਨੂੰ ਬਦਲਣ ਨੂੰ ਫਿਰਦੀਆਂ ਹਨ ਤੇ ਜੇ ਅਸੀਂ ਵੀ ਸੁਚੇਤ ਨਾ ਹੋਏ ਤਾਂ ਕੁਝ ਟਾਈਮ ਬਾਅਦ ਸਾਡੇ ਕੋਲ ਬਸ ਹਿੰਦੂਵਾਦ 'ਚ ਰੰਗਿਆ ਹੋਇਆ ਸਿੱਖ ਇਤਿਹਾਸ ਹੀ ਪੱਲੇ ਰਹਿ ਜਾਊਗਾ। ਚਲੋ ਆਪਾਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ, ਬਸ ਤੁਸੀਂ ਇਸੇ ਤਰ੍ਹਾਂ ਸਪੋਰਟ ਬਣਾਈ ਰੱਖਿਓ। ਸਰਦਾਰ ਹਰੀ ਸਿੰਘ ਜੀ ਨਲੂਆ ਇੱਕ ਜ਼ਬਰਦਸਤ ਯੋਧੇ ਤੇ ਇੱਕ ਮਹਾਨ ਜਰਨੈਲ ਸਨ, ਇਹ ਤਾਂ ਆਪਾਂ ਸਭ ਜਾਣਦੇ ਹਾਂ। ਆਓ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਸ਼ਖਸੀਅਤ ਦੇ ਕੁਝ ਅਣਜਾਣ ਪਹਿਲੂਆਂ ਦੀ। ਯੁੱਧ ਕਲਾ 'ਚ ਮਾਹਿਰ ਹੋਣ ਦੇ ਨਾਲ ਹਰੀ ਸਿੰਘ ਜੀ ਦਾ ਲਿਟਰੇਰੀ ਲੈਵਲ ਵੀ ਬੜਾ ਉੱਚਾ ਸੀ। ਉਹ ਅੰਗਰੇਜ਼ੀ, ਫਾਰਸੀ, ਪਸ਼ਤੋ ਆਦਿ ਕਈ ਭਾਸ਼ਾਵਾਂ ਨੂੰ ਜਾਣਦੇ ਸਨ। ਵਿਨੀਤੀ ਨਲੂਆ ਇੱਕ ਅੰਗਰੇਜ਼ ਲਿਖਾਰੀ ਦੇ ਹਵਾਲੇ ਨਾਲ ਦੱਸਦੀ ਹੈ ਕਿ ਜਦੋਂ ਅੰਗਰੇਜ਼ਾਂ ਨਾਲ ਸੰਧੀ ਦੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ, ਉਦੋਂ ਹਰੀ ਸਿੰਘ ਜੀ ਦੀ ਅੰਗਰੇਜ਼ੀ ਵੀ ਸੁਣਨ ਵਾਲੀ ਹੁੰਦੀ ਹੈ। ਉਹਨਾਂ ਦਾ ਫਲੋ ਆਫ ਸਪੀਕਿੰਗ, ਪ੍ਰੋਨਾਂਸੀਏਸ਼ਨ ਦੇਖ ਕੇ ਅੰਗਰੇਜ਼ ਵੀ ਹੈਰਾਨ ਰਹਿ ਜਾਂਦੇ ਹਨ। ਉਹਨਾਂ ਟਾਈਮਾਂ ਤੇ ਬਿਨਾਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ, ਬਿਨਾਂ ਇੰਟਰਨੈਟ ਦੇ ਜੇ ਕੋਈ ਇੰਨੀਆਂ ਭਾਸ਼ਾਵਾਂ ਜਾਣਦਾ ਹੋਵੇ ਤਾਂ ਸੱਚਮੁੱਚ ਇਹ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਹੈ। ਇੱਕ ਅੰਗਰੇਜ਼ ਅਫਸਰ ਸਟੀਵ ਹੁਗਰੋ ਆਪਣੀ ਬਾਇਓਗ੍ਰਾਫੀ ਸਮ ਈਅਰਸ ਵਿਦ ਗੋਲਡਨ ਸਪੈਰੋ ਵਿੱਚ ਦੱਸਦੇ ਹਨ ਕਿ ਜਦੋਂ ਅਸੀਂ ਹਰੀ ਸਿੰਘ ਜੀ ਹੁਣਾਂ ਨੂੰ ਮਿਲਣ ਜਾ ਰਹੇ ਸੀ ਤਾਂ ਅਸੀਂ ਮਨ ਵਿੱਚ ਇਮੇਜਿਨ ਕਰ ਰਹੇ ਸੀ ਕਿ ਸਿੱਖ ਲੜਾਕੇ ਤਾਂ ਕਮਾਲ ਦੇ ਹੁੰਦੇ ਹਨ, ਪਰ ਹੋਣਗੇ ਸਿਲੀ ਤੇ ਆਰਟਲੈਸ, ਜਿਨ੍ਹਾਂ ਨੂੰ ਅਸੀਂ ਡਿਪਲੋਮੈਸੀ ਨਾਲ ਆਪਣੀਆਂ ਗੋਲ-ਮੋਲ ਗੱਲਾਂ 'ਚ ਫਸਾ ਲਵਾਂਗੇ। ਪਰ ਜਦੋਂ ਸਾਡਾ ਸਾਹਮਣਾ ਮੀਟਿੰਗ ਵਿੱਚ ਹਰੀ ਸਿੰਘ ਜੀ ਨਾਲ ਹੋਇਆ ਤਾਂ ਉਹਨਾਂ ਦੀ ਨੌਲੇਜ ਦਾ ਲੈਵਲ ਇੰਨਾ ਹਾਈ ਸੀ ਕਿ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹਨਾਂ ਸਾਡੇ ਸਾਹਮਣੇ ਈਸਟ ਇੰਡੀਆ ਕੰਪਨੀ ਦੀਆਂ ਜੜ੍ਹਾਂ ਖੋਲ ਕੇ ਰੱਖ ਦਿੱਤੀਆਂ, ਜਿਹੜੀਆਂ ਗੁੱਝੀਆਂ ਗੱਲਾਂ ਦਾ ਲੁਕਾ ਸਾਡੀ ਮੇਨ ਲੀਡਰਸ਼ਿਪ ਨੇ ਬਾਕੀ ਅਫਸਰਾਂ ਤੇ ਆਰਮੀ ਤੋਂ ਰੱਖਿਆ ਸੀ। ਸਰਦਾਰ ਸਾਹਿਬ ਨੇ ਉਹ ਪੱਤੇ ਵੀ ਸਾਡੇ ਸਾਹਮਣੇ ਖੋਲ ਕੇ ਰੱਖ ਦਿੱਤੇ। ਅਸੀਂ ਆਪਣੇ ਆਪ ਨੂੰ ਬੜੇ ਹੀ ਤੇਜ਼ ਤੇ ਹੁਸ਼ਿਆਰ ਸਮਝਦੇ ਸਾਂ, ਪਰ ਉਹਨਾਂ ਦੇ ਸਾਹਮਣੇ ਤਾਂ ਚੱਲਣ ਤੋਂ ਪਹਿਲਾਂ ਹੀ ਸਾਡੀਆਂ ਸਾਰੀਆਂ ਚਾਲਾਂ ਫੇਲ ਹੋ ਗਈਆਂ। ਸਾਡੇ ਕੋਲ ਬੋਲਣ ਲਈ ਕੋਈ ਸ਼ਬਦ ਹੀ ਨਹੀਂ ਬਚੇ। ਇਸ ਲਈ ਫਿਰ ਸਾਨੂੰ ਆਨਨ ਫਾਨਨ 'ਚ ਮੀਟਿੰਗ ਖਤਮ ਕਰਕੇ ਇੱਕ ਵਾਰ ਫੇਰ ਨਵੀਂ ਸਟ੍ਰੈਟਜੀ ਬਣਾਉਣ ਲਈ ਵਾਪਸ ਆਉਣਾ ਪਿਆ। ਜੇ ਤੁਹਾਨੂੰ ਯਾਦ ਹੋਵੇ ਤਾਂ ਕੁਝ ਟਾਈਮ ਪਹਿਲਾਂ ਅਫਗਾਨਿਸਤਾਨ ਦੇ ਲੜਾਕਿਆਂ ਨੂੰ ਕਾਬੂ ਪਾਉਣ ਲਈ USA ਨੇ ਅਫਗਾਨਿਸਤਾਨ ਦੀਆਂ ਪਹਾੜੀਆਂ ਤੇ ਦੁਨੀਆ ਦਾ ਸਭ ਤੋਂ ਵੱਡੇ ਬੰਬਸ ਵਿੱਚੋਂ ਇੱਕ ਦ ਮਦਰ ਆਫ ਆਲ ਬੰਬਸ ਬਲਾਸਟ ਕੀਤਾ ਸੀ। ਇਸ ਘਟਨਾ ਤੋਂ ਇਨਫਲੂਐਂਸ ਹੋ ਕੇ ਇੱਕ ਅਮਰੀਕਨ ਨਿਊਜ਼ਪੇਪਰ ਦਾ ਵਾਸ਼ਿੰਗਟਨ ਪੋਸਟ ਨੇ ਇੱਕ ਸਰਵੇ ਕਰਵਾਇਆ ਕਿ ਦੁਨੀਆ ਵਿੱਚ ਅੱਜ ਤੱਕ ਦਾ ਸਭ ਤੋਂ ਮਹਾਨ ਜਰਨੈਲ ਕਿਹੜਾ ਹੋਇਆ ਹੈ। ਇਸ ਸਰਵੇ ਵਿੱਚ ਵਰਲਡ ਵਾਈਡ ਲੱਖਾਂ ਲੋਕਾਂ ਨੇ ਆਪਣੇ ਵਿਊਜ਼ ਦਿੱਤੇ। ਕਿਸੇ ਨੇ ਕਿਹਾ ਕਿ ਚੰਗੇਜ਼ ਖਾਨ ਸਭ ਤੋਂ ਮਹਾਨ ਸੀ, ਕਿਸੇ ਨੇ ਕਿਹਾ ਨੈਪੋਲੀਅਨ, ਕਿਸੇ ਨੇ ਸਿਕੰਦਰ ਦਾ ਨਾਮ ਲਿਆ ਤੇ ਕਿਸੇ ਨੇ ਡਿਊਕ ਆਫ ਵੈਲਿੰਗਟਨ ਦਾ। ਕੁਝ ਦਿਨਾਂ ਬਾਅਦ ਇਸ ਸਰਵੇ ਦੇ ਰਿਜ਼ਲਟ ਲਈ ਪੇਪਰ ਵਿੱਚ ਇੱਕ ਪੋਸਟ ਪਬਲਿਸ਼ ਕੀਤਾ ਗਿਆ
ਜਿਸ ਵਿੱਚ ਲਿਖਿਆ ਸੀ ਕਿ ਅਸੀਂ ਤੁਹਾਡੇ ਸਭ ਦੇ ਵਿਊਜ਼ ਦੀ ਰਿਸਪੈਕਟ ਕਰਦੇ ਹਾਂ, ਬਟ ਜੇ ਨਿਸ਼ਪਕਸ਼ ਹੋ ਕੇ ਡਿਟੇਲਸ ਵਿੱਚ ਗੌਰ ਕੀਤਾ ਜਾਵੇ ਤਾਂ ਇਹ ਸਾਰੇ ਹੀ ਜਰਨੈਲ ਦਰਾਏ ਖੈਬਰ ਤੇ ਜਾ ਕੇ ਹਾਰਦੇ ਰਹੇ ਹਨ। ਇਹਨਾਂ ਚੋਂ ਕੋਈ ਵੀ ਅਫਗਾਨਿਸਤਾਨ ਦੇ ਪਠਾਨਾਂ ਨੂੰ ਕਾਬੂ ਨਹੀਂ ਕਰ ਪਾਇਆ। ਈਵਨ USA ਤਾਂ ਅੱਜ ਤੱਕ ਅਫਗਾਨਿਸਤਾਨ ਨੂੰ ਕੰਕਰ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ, ਜਿਸ ਜਗ੍ਹਾ ਤੇ US ਆਰਮੀ ਨੇ ਵੀ ਅੱਗੇ ਵਧਣ ਤੋਂ ਜਵਾਬ ਦੇ ਦਿੱਤਾ ਤੇ US ਗਵਰਨਮੈਂਟ ਨੂੰ $1300 ਮਿਲੀਅਨ ਦਾ ਨੁਕਸਾਨ ਚੱਕ ਕੇ ਵੀ ਉਹਨਾਂ ਨੂੰ ਵਾਪਸ ਬੁਲਾਉਣਾ ਪਿਆ ਤੇ ਹੁਣ ਉੱਤੇ ਡਰੋਨਸ ਯਾਨੀ ਕਿ ਪਾਇਲਟਲੈਸ ਪਲੇਨਸ ਨਾਲ ਅਟੈਕ ਕੀਤਾ ਜਾ ਰਿਹਾ ਹੈ। ਪਰ ਜੇ ਕਿਸੇ ਨੇ ਅੱਜ ਤੱਕ ਇਹਨਾਂ ਅਫਗਾਨਿਸਤਾਨ ਦੇ ਪਹਾੜਾਂ ਤੇ ਪੂਰੀ ਤਰ੍ਹਾਂ ਕਾਬੂ ਪਾਇਆ ਹੈ ਤਾਂ ਉਹ ਹੈ ਪੰਜਾਬ ਦੇ ਜਰਨੈਲ ਸਰਦਾਰ ਹਰੀ ਸਿੰਘ ਜੀ ਨਲੂਆ। ਸੋ ਸਾਡੀ ਰਿਸਰਚ ਦੇ ਅਕੋਰਡਿੰਗ ਸਭ ਤੋਂ ਗ੍ਰੇਟ ਜਰਨੈਲ ਸਰਦਾਰ ਹਰੀ ਸਿੰਘ ਜੀ ਨਲੂਆ ਨੂੰ ਡਿਕਲੇਅਰ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਦਰਾਏ ਖੈਬਰ ਇੱਕ 20-22 ਕਿਲੋਮੀਟਰ ਦੀ ਘਾਟੀ ਹੈ ਜਿਸ ਨੂੰ ਅੰਗਰੇਜ਼ਾਂ ਨੇ ਗੇਟਵੇ ਆਫ ਇੰਡੀਆ ਕਿਹਾ ਹੈ। 729 ਵਿੱਚ ਮੀਰ ਕਾਸਿਮ ਤੋਂ ਲੈ ਕੇ 1831 ਵਿੱਚ ਅਹਿਮਦ ਸ਼ਾਹ ਅਬਦਾਲੀ ਤੱਕ ਭਾਰਤ ਤੇ ਜਿੰਨੇ ਵੀ ਹਮਲੇ ਹੋਏ ਹਨ ਸਭ ਇਸੇ ਰਸਤੇ ਤੋਂ ਹੀ ਹੋਏ ਹਨ। ਪਰ ਹਰੀ ਸਿੰਘ ਜੀ ਦੇ ਦਰਾਏ ਖੈਬਰ ਤੇ ਕਾਬਜ ਹੋਣ ਤੋਂ ਬਾਅਦ ਇਸ ਰਸਤੇ ਤੋਂ ਇੱਕ ਵੀ ਹਮਲਾ ਨਹੀਂ ਹੋਇਆ। ਜੇ ਪਹਿਲੇ ਜਰਨੈਲ ਵੀ ਹਰੀ ਸਿੰਘ ਜੀ ਵਰਗੇ ਨੀਤੀਵਾਨ ਹੁੰਦੇ ਤਾਂ ਫਿਰ ਅੱਜ ਵੀ ਆਪਾਂ ਇੱਕ ਸੋਨੇ ਦੀ ਚਿੜੀਆ ਦੇ ਹੀ ਵਾਸੀ ਹੋਣੇ ਸੀ। ਆਓ ਹੁਣ ਵੱਧਦੇ ਹਾਂ ਅੱਜ ਦੇ ਦਿਨ ਦੀ ਅਗਲੀ ਸਟੋਰੀ ਵੱਲ। ਇਹ ਕਿੱਸਾ ਵੀ ਅਸੀਂ ਹਰੀ ਸਿੰਘ ਕਾਗਲਿਆਰ ਦੀ ਬੁੱਕ ਸ਼ੀਰਫੀਆਂ ਹਰੀ ਸਿੰਘ ਨਲੂਆ ਵਿੱਚੋਂ ਹੀ ਲਿਆ ਹੈ। ਜਰਨੈਲ ਹਰੀ ਸਿੰਘ ਜੀ ਦੇ ਜਿੱਤੇ ਹੋਏ ਕੁਝ ਮੁੱਖ ਇਲਾਕਿਆਂ ਵਿੱਚੋਂ ਇੱਕ ਇਲਾਕਾ ਮਿਚਨੀ ਨਾਮ ਦਾ ਵੀ ਸੀ। ਇੱਕ ਦਿਨ ਹਰੀ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਬ੍ਰਾਹਮਣ ਬੇਨਤੀ ਲੈ ਕੇ ਆਉਂਦਾ ਹੈ ਕਿ ਸਰਦਾਰ ਸਾਹਿਬ, ਅਸੀਂ ਆਪਣੇ ਬੇਟੇ ਨੂੰ ਵਿਆਹ ਕੇ ਲਿਆ ਰਹੇ ਸੀ ਕਿ ਰਸਤੇ ਵਿੱਚ ਪਠਾਨਾਂ ਨੇ ਸਾਡਾ ਡੋਲਾ ਲੁੱਟ ਲਿਆ। ਮਿਚਨੀ ਦੇ ਪਠਾਨ ਸਾਡੀ ਬੱਚੀ ਨੂੰ ਚੁੱਕ ਕੇ ਲੈ ਗਏ ਹਨ ਤੇ ਉਹਨਾਂ ਲਿਜਾ ਕੇ ਇਸ ਨੂੰ ਆਪਣੇ ਪ੍ਰਧਾਨ ਦੇ ਹਵਾਲੇ ਕਰ ਦਿੱਤਾ ਹੈ ਤੇ ਸਾਨੂੰ ਪਤਾ ਹੈ ਕਿ ਉਹ ਪਠਾਨ ਜਦੋਂ ਵੀ ਕਿਸੇ ਬੱਚੇ ਨੂੰ ਚੁੱਕ ਕੇ ਲੈ ਜਾਂਦੇ ਹਨ ਤਾਂ ਉਸ ਦੀ ਇੱਜ਼ਤ ਤਾਰ-ਤਾਰ ਕਰਨ ਤੋਂ ਬਾਅਦ ਉਸ ਨੂੰ ਕਤਲ ਕਰ ਦਿੰਦੇ ਹਨ। ਉਹ ਬੱਚੀ ਕਦੇ ਵੀ ਆਪਣੇ ਪਰਿਵਾਰ ਕੋਲ ਵਾਪਸ ਨਹੀਂ ਆਉਂਦੀ। ਹਰੀ ਸਿੰਘ ਜੀ ਨੇ ਉਸ ਬ੍ਰਾਹਮਣ ਨੂੰ ਸਵਾਲ ਕੀਤਾ ਕਿ ਉਹ ਪਠਾਨ ਗਿਣਤੀ ਵਿੱਚ ਕਿੰਨੇ ਸਨ। ਬ੍ਰਾਹਮਣ ਨੇ ਜਵਾਬ ਦਿੱਤਾ ਕਿ 4 ਜਾਂ 5 ਹੋਣਗੇ। ਫਿਰ ਅੱਗੋਂ ਸਵਾਲ ਕੀਤਾ ਗਿਆ ਕਿ ਤੁਸੀਂ ਗਿਣਤੀ ਵਿੱਚ ਕਿੰਨੇ ਸੀ? ਜੀ ਅਸੀਂ 40 ਤੋਂ 50 ਦੇ ਵਿੱਚ ਹੋਵਾਂਗੇ। ਇਹ ਜਵਾਬ ਸੁਣ ਕੇ ਹਰੀ ਸਿੰਘ ਜੀ ਮੁਸਕਰਾਉਣ ਲੱਗ ਪਏ ਤੇ ਕਹਿੰਦੇ ਕਿ ਜੇ ਤੁਸੀਂ 40 ਜਾਂ 50 ਜਣੇ ਰਲ ਕੇ 5 ਜਣਿਆਂ ਤੋਂ ਆਪਣੇ ਘਰ ਦੀ ਇੱਜ਼ਤ ਦੀ ਰੱਖਿਆ ਨਹੀਂ ਕਰ ਸਕੇ ਫਿਰ ਤਾਂ ਤੁਹਾਡਾ ਇਹੀ ਹਾਲ ਹੋਣਾ ਸੀ। ਖੜੇ ਪੈਰ ਹਰੀ ਸਿੰਘ ਜੀ ਨੇ ਉਸ ਪਠਾਨਾਂ ਦੇ ਇਲਾਕੇ ਤੇ ਹਮਲਾ ਕੀਤਾ ਤੇ ਉਹਨਾਂ ਨੂੰ ਸਬਕ ਸਿਖਾ ਕੇ ਬੱਚੀ ਨੂੰ ਸੁਰੱਖਿਅਤ ਲੈ ਆਂਦਾ ਤੇ ਹੁਣ ਵੇਲਾ ਸੀ ਉਸ ਬੀਬੀ ਨੂੰ ਤੋਰਨ ਦਾ। ਹਰੀ ਸਿੰਘ ਜੀ ਕਹਿੰਦੇ ਹਨ, ਭੈਣੇ ਅਸੀਂ ਤੈਨੂੰ ਸੁਰੱਖਿਅਤ ਲੈ ਆਂਦਾ ਹੈ ਤੇ ਹੁਣ ਤੂੰ ਆਪਣੇ ਪਤੀ ਨਾਲ ਆਪਣੇ ਘਰ ਜਾ ਸਕਦੀ ਹੈ। ਉਸ ਬੀਬੀ ਨੇ ਸ਼ਬਦ ਪਕੜ ਲਿਆ ਭੈਣ ਤੇ ਕਹਿਣ ਲੱਗੀ, ਜਰਨੈਲ ਤੂੰ ਮੈਨੂੰ ਆਪਣੀ ਭੈਣ ਆਖਿਆ ਹੈ ਤੇ ਮੈਂ ਵੀ ਤੈਨੂੰ ਆਪਣਾ ਭਰਾ ਬਣਾ ਚੁੱਕੀ ਹਾਂ ਤੇ ਮੇਰਿਆ ਵੀਰਾ ਮੈਨੂੰ ਇਹਨਾਂ ਗਿੱਦੜਾਂ ਇਹਨਾਂ ਬੁਜ਼ਦਲਾਂ ਨਾਲ ਤੋਰੀ ਨਾ। ਇਹ ਮੇਰੀ ਇੱਜ਼ਤ ਪਹਿਲਾਂ ਵੀ ਨਹੀਂ ਬਚਾਉਣ ਜੋਗੇ ਸੀ ਤੇ ਹੁਣ ਵੀ ਇਹ ਇਸ ਲਾਇਕ ਨਹੀਂ ਹਨ। ਅੱਜ ਤਾਂ ਤੂੰ ਮੈਨੂੰ ਬਚਾ ਲਿਆ ਹੈ ਤੇ ਰੱਬ ਨਾ ਕਰੇ ਜੇ ਕੱਲ ਨੂੰ ਮੇਰੇ ਘਰੋਂ ਫਿਰ ਦੁਬਾਰਾ ਕੋਈ ਇਸ ਤਰ੍ਹਾਂ ਦਾ ਦਰਿੰਦਾ ਮੈਨੂੰ ਉਠਾ ਕੇ ਲੈ ਗਿਆ ਤਾਂ ਕਿਸੇ ਨੇ ਇਹ ਨਹੀਂ ਕਹਿਣਾ ਕਿ ਫਲਾਣੇ ਦੀ ਧੀ ਨੂੰ ਜਾਂ ਫਲਾਣੇ ਦੀ ਘਰਵਾਲੀ ਨੂੰ ਕੋਈ ਚੱਕ ਕੇ ਲੈ ਗਿਆ ਹੈ। ਸਭ ਨੇ ਇਹੀ ਕਹਿਣਾ ਹੈ ਕਿ ਹਰੀ ਸਿੰਘ ਨਲੂਏ ਦੀ ਭੈਣ ਨੂੰ ਕੋਈ ਚੱਕ ਕੇ ਲੈ ਗਿਆ ਹੈ। ਜਿਹੜੇ ਮੇਰੀ ਇੱਜ਼ਤ ਦੀ ਰੱਖਿਆ ਹੀ ਨਹੀਂ ਕਰਨ ਜੋਗੇ ਮੈਂ ਉਹਨਾਂ ਦੇ ਨਾਲ ਜਾਣਾ ਹੀ ਨਹੀਂ ਚਾਹੁੰਦੀ। ਤੇ ਉਸ ਵੇਲੇ ਫਿਰ ਉਸ ਬੱਚੀ ਨੇ ਖੰਡੇ ਬਾਟੇ ਦੀ ਪੋਹਲ ਲਈ ਤੇ ਸ਼ਰਨ ਵਿੱਚ ਆਉਣ ਕਰਕੇ ਫਿਰ ਉਸ ਦਾ ਨਾਮ ਪਿਆ ਹਰਸ਼ਰਨ ਕੌਰ, ਜਿਸ ਨੇ ਅੱਗੇ ਚੱਲ ਕੇ ਬੜੀ ਹੀ ਬਹਾਦਰੀ ਨਾਲ ਆਪਣੇ ਤੇ ਚੜਿਆ ਸਿੱਖ ਕੌਮ ਦਾ ਕਰਜ਼ਾ ਪੁਰਾਣੇ ਟਾਈਮ ਤੇ ਅਕਸਰ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਸਨ ਤੇ ਜੋ ਉਹਨਾਂ ਘਟਨਾਵਾਂ ਦੇ ਮਾੜੇ ਪੱਖ ਸੀ ਉਹ ਅੱਜ ਸਾਡੀ ਮਰਿਆਦਾ ਦਾ ਹਿੱਸਾ ਬਣ ਚੁੱਕੇ ਹਨ ਤੇ ਇਹ ਸਾਡੇ ਲਈ ਬੜੀ ਹੀ ਸ਼ਰਮਨਾਕ ਗੱਲ ਹੈ। ਪਰ ਸਾਡੇ ਕੋਲ ਇਹਨਾਂ ਬਾਰੇ ਸੋਚਣ ਦਾ ਟਾਈਮ ਹੀ ਨਹੀਂ ਹੈ। ਇੱਕ ਅੰਗਰੇਜ਼ੀ ਦਾ ਅਸੂਲ ਹੈ, ਡੀਕਨਸਟਰਕਟ ਦਾ ਵਰਡ ਯੂ ਵਿਲ ਫਾਈਂਡ ਦਾ ਪਾਸਟ ਸਟਰਕਚਰ। ਮਤਲਬ ਕਿ ਤੁਹਾਡੇ ਕੋਲ ਜਦੋਂ ਕੋਈ ਨਵਾਂ ਸ਼ਬਦ ਆਉਂਦਾ ਹੈ ਤਾਂ ਉਸ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਨੂੰ ਤੋੜ ਕੇ ਵੇਖਣਾ ਚਾਹੀਦਾ ਹੈ ਕਿ ਇਸ ਦਾ ਪਿਛੋਕੜ ਕੀ ਹੈ। ਜਦੋਂ ਲਾੜੇ ਨੂੰ ਬਰਾਤ ਜਾਣ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਲਾੜੇ ਦੇ ਨਾਲ ਜਮਾਂ ਲਾੜੇ ਵਰਗੇ ਕੱਪੜੇ ਪਵਾ ਕੇ ਇੱਕ ਬੱਚਾ ਵੀ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਸਰਬਾਲਾ। ਹੁਣ ਥੋੜਾ ਜਿਹਾ ਪਾਸਟ ਵਿੱਚ ਚੱਲਦੇ ਹਾਂ। ਪੁਰਾਣੇ ਟਾਈਮ ਤੇ ਪਠਾਨਾਂ ਵੱਲੋਂ ਹਿੰਦੂਆਂ ਦੇ ਡੋਲੇ ਲੁੱਟਣ ਦੀਆਂ ਘਟਨਾਵਾਂ ਵੱਡੇ ਪੱਧਰ ਤੇ ਹੋਣ ਲੱਗ ਪਈਆਂ ਸੀ। ਇਸ ਲੁੱਟ ਖੋਹ ਦੇ ਟਾਈਮ ਹੱਥੋਂ-ਪਾਈ ਵਿੱਚ ਬਹੁਤ ਵਾਰ ਲਾੜਾ ਵੀ ਮਾਰਿਆ ਜਾਂਦਾ ਸੀ ਤੇ ਕੁੜੀ ਘਰ ਵਸਣ ਤੋਂ ਪਹਿਲਾਂ ਹੀ ਵਿਧਵਾ ਹੋ ਜਾਂਦੀ ਸੀ। ਇਸ ਲਈ ਫਿਰ ਬ੍ਰਾਹਮਣ ਵਿਦਵਾਨਾਂ ਨੇ ਇਸ ਦਾ ਇੱਕ ਹੱਲ ਲੱਭਿਆ। ਬਰਾਤ ਵਿੱਚ ਲਾੜੇ ਦੇ ਕਿਸੇ ਚਾਚੇ ਮਾਮੇ ਜਾਂ ਭੂਆ ਦੇ ਹਮ ਉਮਰ ਮੁੰਡੇ ਨੂੰ ਜਮਾਂ ਲਾੜੇ ਵਰਗੇ ਕੱਪੜੇ ਪਵਾ ਕੇ ਬਰਾਤ ਵਿੱਚ ਪਿੱਛੇ ਰੱਖਿਆ ਜਾਂਦਾ ਸੀ ਤੇ ਜੇ ਕਦੀ ਭਾਣਾ ਵਾਪਰ ਜਾਂਦਾ ਸੀ ਤਾਂ ਫਿਰ ਉਸ ਦੂਸਰੇ ਮੁੰਡੇ ਨਾਲ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਸੀ। ਲਾੜੇ ਨੂੰ ਕਹਿੰਦੇ ਹਨ ਵਰ, ਕੁੜੀ ਨੂੰ ਕਹਿੰਦੇ ਹਨ ਬਾਲਾ ਤੇ ਉਸ ਸਬਸਟੀਟਿਊਟ ਦਾ ਨਾਮ ਰੱਖਿਆ ਗਿਆ ਸੀ ਸਰਬਾਲਾ।
ਬੜੇ ਹੀ ਘਟੀਆ ਪੱਧਰ ਤੇ ਇੱਕ ਰਸਮ ਸ਼ੁਰੂ ਹੋਈ ਸੀ ਤੇ ਅੱਜ ਸ਼ਾਇਦ ਸਿੱਖਾਂ ਦਾ ਕੋਈ ਇਦਾਂ ਦਾ ਵਿਆਹ ਨਹੀਂ ਹੁੰਦਾ ਹੋਊਗਾ ਜਿਸ 'ਚ ਸਰਬਾਲਾ ਨਾ ਹੋਵੇ। ਸੋਚਣ ਵਾਲੀ ਗੱਲ ਹੈ ਕਿ ਸਾਡੇ ਧਰਮ ਵਿੱਚ ਇਸ ਦਾ ਜ਼ਿਕਰ ਨਹੀਂ, ਸਾਡੇ ਗ੍ਰੰਥਾਂ ਵਿੱਚ ਇਸ ਦਾ ਜ਼ਿਕਰ ਨਹੀਂ, ਤਾਂ ਇਹ ਰਸਮ ਆਈ ਕਿੱਥੋਂ? ਇਹ ਰਸਮ ਆਈ ਹੈ ਉਸ ਬ੍ਰਾਹਮਣਵਾਦੀ ਕਮਜ਼ੋਰੀ ਵਿੱਚੋਂ ਜਿਸ ਨੂੰ ਹੁਣ ਅਸੀਂ ਆਪਣੀ ਧਾਰਮਿਕ ਰਸਮਾਂ ਦਾ ਹਿੱਸਾ ਬਣਾ ਲਿਆ ਹੈ। ਜੇ ਕੋਈ ਬ੍ਰਾਹਮਣ ਸਮਾਜ ਦਾ ਵੀਰ ਜਾਂ ਭੈਣ ਇਹ ਵੀਡੀਓ ਦੇਖ ਰਿਹਾ ਹੈ ਤਾਂ ਮਾਫ ਕਰਿਓ, ਮੈਂ ਕਿਸੇ ਸਮਾਜ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਬ੍ਰਾਹਮਣ ਸਮਾਜ ਵਿੱਚ ਵੀ ਚਾਣਕਿਆ ਤੇ ਚੰਦਰਸ਼ੇਖਰ ਆਜ਼ਾਦ ਵਰਗੇ ਸੂਰਮੇ ਪੈਦਾ ਹੋਏ ਹਨ ਜਿਨ੍ਹਾਂ ਨੇ ਕਦੀ ਤਾਨਾਸ਼ਾਹੀ ਦੀ ਈਨ ਕਬੂਲ ਨਹੀਂ ਕੀਤੀ ਤੇ ਆਪਣੀ ਹਿੱਕ ਦੇ ਜ਼ੋਰ ਨਾਲ ਜ਼ਾਲਮਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਮਾਫ ਕਰਿਓ, ਮੈਂ ਆਪਣੇ ਟੌਪਿਕ ਤੋਂ ਥੋੜਾ ਜਿਹਾ ਦੂਰ ਆ ਗਿਆ, ਪਰ ਸ਼ਾਇਦ ਇਹ ਵੀ ਦੱਸਣਾ ਜ਼ਰੂਰੀ ਸੀ। ਸਰਦਾਰ ਹਰੀ ਸਿੰਘ ਜੀ ਨੇ ਸਿਰਫ ਅਫਗਾਨਾਂ ਦੇ ਇਲਾਕਿਆਂ ਤੇ ਹੀ ਕਬਜ਼ਾ ਨਹੀਂ ਕੀਤਾ ਸੀ, ਨਾਲ ਹੀ ਆਪਣੇ ਖੌਫ ਨਾਲ ਉਹਨਾਂ ਦੇ ਦਿਲਾਂ ਤੇ ਵੀ ਰਾਜ ਕੀਤਾ ਸੀ। ਇਸ ਖੌਫ ਨੂੰ ਇੱਕ ਫ੍ਰੈਂਚ ਕਵੀ ਲਿਓ ਬ੍ਰੈਂਸਨ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ, ਬਟ ਇਹ ਸਭ ਇੱਕ ਪੋਇਮ ਦੇ ਰੂਪ ਵਿੱਚ ਹੈ, ਉਹ ਵੀ ਫ੍ਰੈਂਚ ਲੈਂਗੁਏਜ ਵਿੱਚ। ਸੋ ਮੈਂ ਇਸ ਨੂੰ ਸਿੱਧਾ ਐਕਸਪਲੇਨ ਹੀ ਕਰਦਾ ਹਾਂ। ਲਿਓ ਬ੍ਰੈਂਸਨ ਦੱਸਦੇ ਹੈ ਕਿ ਜਦੋਂ ਮੈਂ ਅਫਗਾਨਿਸਤਾਨ ਦੀ ਧਰਤੀ ਤੇ ਪਹੁੰਚਿਆ ਤਾਂ ਹਰੀ ਸਿੰਘ ਜੀ ਨੂੰ ਗੁਜ਼ਰੇ 40 ਸਾਲ ਹੋ ਚੁੱਕੇ ਸੀ, ਪਰ ਉਹਨਾਂ ਦਾ ਵਸਾਇਆ ਡਰ, ਉਹਨਾਂ ਦਾ ਖੌਫ ਹਜੇ ਵੀ ਅਫਗਾਨਿਸਤਾਨ ਵਿੱਚ ਰਾਜ ਕਰਦਾ ਸੀ ਤੇ ਹੁਣ ਤਾਂ ਅਫਗਾਨੀਆਂ ਦੇ ਸੁਭਾਅ ਦਾ ਹਿੱਸਾ ਬਣ ਚੁੱਕਿਆ ਸੀ। 40 ਸਾਲ ਬਾਅਦ ਵੀ ਜਦੋਂ ਘਰ ਵਿੱਚ ਕੋਈ ਬੱਚਾ ਰੋਂਦਾ ਸੀ ਤਾਂ ਮਾਂ ਇਹ ਕਹਿ ਕੇ ਚੁੱਪ ਕਰਾਂਦੀ ਸੀ, ਚੁੱਪ ਸ਼ਾ ਹਰੀਆ ਰਾਗ ਲੈ, ਮਤਲਬ ਪੁੱਤ ਚੁੱਪ ਕਰ ਜਾ, ਨਹੀਂ ਤਾਂ ਹਰੀ ਸਿੰਘ ਆ ਜਾਊਗਾ। ਤੇ ਅੱਜ 2019 ਵਿੱਚ ਵੀ ਇਹ ਵਾਕ ਉਸੇ ਤਰ੍ਹਾਂ ਹੀ ਪ੍ਰਚਲਿਤ ਹਨ। ਕਹਾਵਤਾਂ ਤੇ ਵਾਕ ਸਾਡੇ ਸੁਭਾਅ, ਸਾਡੀ ਥਿੰਕਿੰਗ ਤੋਂ ਹੀ ਜਨਮ ਲੈਂਦੇ ਹਨ। ਸੋ ਤੁਸੀਂ ਸੋਚ ਸਕਦੇ ਹੋ ਕਿ ਹਰੀ ਸਿੰਘ ਜੀ ਕਿਸ ਤਰ੍ਹਾਂ ਡਰ ਬਣ ਕੇ ਅਫਗਾਨੀਆਂ ਦੇ ਮਨ ਵਿੱਚ ਬੈਠ ਗਏ ਹਨ। ਮੈਂ ਇੱਕ ਵਾਰ ਫੇਰ ਇਹ ਦੱਸਣਾ ਚਾਹੂੰਗਾ ਕਿ ਫ੍ਰੈਂਚ ਪੋਇਟ ਦੀ ਲਿਖੀਆਂ ਹੋਈਆਂ ਗੱਲਾਂ ਹਨ, ਗੁਰਮੁਖੀ ਲਿਪੀ ਵਿੱਚ ਜਾਂ ਕਿਸੇ ਪੰਜਾਬੀ ਲੇਖਾਕਾਰ ਨੇ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ। ਤੇ ਹੁਣ ਚੱਲਦੇ ਹਾਂ ਅੱਜ ਦੇ ਦਿਨ ਦੀ ਲਾਸਟ ਸਟੋਰੀ ਤੇ। ਇਹ ਸਟੋਰੀ ਪੂਰੀ ਤਰ੍ਹਾਂ ਕਿਸੇ ਵੀ ਬੁੱਕ ਵਿੱਚ ਕਵਰ ਨਹੀਂ ਕੀਤੀ ਗਈ, ਸੋ ਇਸ ਨੂੰ ਅਸੀਂ 2 ਬੁੱਕਸ ਵਿੱਚੋਂ ਮਿਲਾ ਕੇ ਕਵਰ ਕੀਤਾ ਹੈ। ਪਹਿਲੀ ਹਰੀਚੰਦ ਕਾਗਲਿਆਰ ਦੀ ਬੁੱਕ ਸ਼ੀਰਫੀਆਂ ਹਰੀ ਸਿੰਘ ਨਲੂਆ ਤੇ ਦੂਸਰੀ ਬੀਬੀ ਵਨੀਤੀ ਨਲੂਆ ਦੀ ਬੁੱਕ ਦ ਚੈਂਪੀਅਨ ਆਫ ਖਾਲਸਾ ਰਾਜ। ਦਰਾਏ ਖੈਬਰ ਨੂੰ ਜਿੱਤ ਕੇ ਉੱਥੇ ਜਮਰੋਦ ਦਾ ਕਿਲਾ ਬਣਾਉਣ ਦੇ ਕੁਝ ਟਾਈਮ ਬਾਅਦ ਹਰੀ ਸਿੰਘ ਜੀ ਕਿਲੇ ਦੀ ਜ਼ਿੰਮੇਵਾਰੀ ਜਰਨੈਲ ਮਾਹ ਸਿੰਘ ਜੀ ਨੂੰ ਸੌਂਪ ਕੇ ਆਪ ਪੇਸ਼ਾਵਰ ਵਾਪਸ ਆ ਜਾਂਦੇ ਹਨ, ਕਿਉਂਕਿ ਇਸ ਟਾਈਮ ਤੱਕ ਹੁਣ ਉਹਨਾਂ ਦੀ ਉਮਰ ਵੀ ਕਾਫੀ ਹੋ ਜਾਂਦੀ ਹੈ ਤੇ ਲਗਾਤਾਰ ਜੰਗੀ ਅਭਿਆਨਾਂ ਤੇ ਜਾਣ ਦਾ ਕਰਕੇ ਹੁਣ ਉਹ ਢਿੱਲੇ ਮੱਠੇ ਰਹਿਣ ਲੱਗ ਪੈਂਦੇ ਹਨ। ਜਮਰੋਦ ਦੀ ਸੁਰੱਖਿਆ ਲਈ ਮਾਹ ਸਿੰਘ ਜੀ ਨੂੰ 800 ਪੈਦਲ ਸਿਪਾਹੀ, 200 ਘੋੜਸਵਾਰ, 10 ਵੱਡੀਆਂ ਤੋਪਾਂ, 12 ਛੋਟੀਆਂ ਤੋਪਾਂ ਤੇ 80 ਤੋਪਚੀ ਦਿੱਤੇ ਜਾਂਦੇ ਹਨ। 1837 ਦੀਆਂ ਗਰਮੀਆਂ ਵਿੱਚ ਮੌਕਾ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਜੀ ਦੇ ਵਿਆਹ ਦਾ, ਜਿਸ ਨੂੰ ਬੜੀ ਹੀ ਧੂਮਧਾਮ ਨਾਲ ਕੀਤਾ ਜਾਣਾ ਹੁੰਦਾ ਹੈ। ਮਹਾਰਾਜਾ ਹੁਕਮ ਜਾਰੀ ਕਰਦੇ ਹਨ ਕਿ ਦੂਰ ਨੇੜੇ ਦੇ ਕਿਲਿਆਂ ਤੇ ਜਿੰਨੀਆਂ ਵੀ ਫੌਜਾਂ ਹਨ ਉਹਦੇ ਵਿੱਚੋਂ 25% ਫੌਜਾਂ ਕਿਲੇ ਦੀ ਸੁਰੱਖਿਆ ਲਈ ਉੱਥੇ ਰਹਿ ਜਾਣ ਤੇ 75% ਫੌਜਾਂ ਵਿਆਹ ਵਿੱਚ ਸ਼ਾਮਿਲ ਹੋਣ ਲਈ ਲਾਹੌਰ ਆ ਜਾਣ। ਇਸ ਲਈ ਫਿਰ ਪੇਸ਼ਾਵਰ ਦੇ ਕਿਲੇ ਵਿੱਚ ਤੈਨਾਤ 25000 ਫੌਜਾਂ ਵਿੱਚੋਂ 15000 ਫੌਜਾਂ ਲੈ ਕੇ ਸਰਦਾਰ ਹਰੀ ਸਿੰਘ ਜੀ ਦਾ ਪੁੱਤਰ ਜਵਾਰ ਸਿੰਘ ਲਾਹੌਰ ਚਲੇ ਜਾਂਦੇ ਹਨ, ਪਰ ਹਰੀ ਸਿੰਘ ਜੀ ਬੁਰੀ ਤਰ੍ਹਾਂ ਬਿਮਾਰ ਹੋਣ ਕਰਕੇ ਨਾਲ ਜਾ ਨਹੀਂ ਪਾਉਂਦੇ। ਉਸ ਟਾਈਮ ਇੱਕ ਅੰਗਰੇਜ਼ ਖਬਰੀ ਕਾਬੁਲ ਦੇ ਸ਼ਾਸਕ ਦੋਸਤ ਮੁਹੰਮਦ ਖਾਨ ਨੂੰ ਇਹ ਖਬਰ ਪਹੁੰਚਾ ਦਿੰਦਾ ਹੈ। ਸੁਨਹਿਰਾ ਮੌਕਾ ਵੇਖ ਕੇ ਦੋਸਤ ਮੁਹੰਮਦ ਖਾਨ ਆਪਣੇ 5 ਪੁੱਤਰਾਂ ਨੂੰ ਇੱਕ ਵੱਡੀ ਫੌਜ ਦੇ ਕੇ ਜਮਰੋਦ ਫਤਿਹ ਕਰਨ ਰਵਾਨਾ ਕਰ ਦਿੰਦਾ ਹੈ। ਇਹ ਫੌਜਾਂ 15 ਅਪ੍ਰੈਲ 1837 ਨੂੰ ਕਾਬੁਲ ਤੋਂ ਚੱਲਦੀਆਂ ਹਨ ਤੇ 28 ਅਪ੍ਰੈਲ 1837 ਨੂੰ ਦਰਾਏ ਖੈਬਰ ਪਹੁੰਚ ਜਾਂਦੀਆਂ ਹਨ। ਕਿਲੇ ਦੇ ਚਾਰੇ ਪਾਸੇ ਉੱਚੀਆਂ ਪਹਾੜੀਆਂ ਤੇ ਤੋਪਾਂ ਬੀੜ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। 28 ਅਪ੍ਰੈਲ ਦਾ ਪੂਰਾ ਦਿਨ ਜੰਗ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤੇ ਸ਼ਾਮ ਤੱਕ ਲਗਭਗ 300 ਸਿੰਘ ਸ਼ਹੀਦ ਹੋ ਜਾਂਦੇ ਹਨ ਤੇ ਜਿਹੜੇ ਬਾਕੀ 700 ਸਿੰਘ ਬਚਦੇ ਹਨ ਉਹਨਾਂ ਨਾਲ ਮਾਹ ਸਿੰਘ ਜੀ ਇੱਕ ਮੀਟਿੰਗ ਕਰਦੇ ਹਨ ਤੇ ਫੈਸਲਾ ਕੀਤਾ ਜਾਂਦਾ ਹੈ ਕਿ ਜੇ ਪੇਸ਼ਾਵਰ ਵਿੱਚ ਹਰੀ ਸਿੰਘ ਜੀ ਤੱਕ ਇੱਕ ਚਿੱਠੀ ਭੇਜੀ ਜਾਵੇ ਤੇ ਉਹ ਆਪਣੀਆਂ ਫੌਜਾਂ ਲੈ ਕੇ ਜਮਰੋਦ ਆ ਜਾਣ ਤਾਂ ਜਮਰੋਦ ਨੂੰ ਬਚਾਇਆ ਜਾ ਸਕਦਾ ਹੈ। ਜਮਰੋਦ ਤੋਂ ਪੇਸ਼ਾਵਰ ਦੇ ਬਾਲਾ ਹਿਸਾਰ ਕਿਲੇ ਦੀ ਦੂਰੀ ਕੋਈ ਬਾਲੀ ਜ਼ਿਆਦੀ ਨਹੀਂ ਸੀ, ਬਸ ਲਗਭਗ 9.5 ਮੀਲ ਹੀ ਸੀ। ਤਾਂ ਉੱਥੇ ਫਿਰ ਉਹੀ ਬੀਬੀ ਹਰਸ਼ਰਨ ਕੌਰ ਸਾਹਮਣੇ ਆਉਂਦੀ ਹੈ ਜਿਸ ਦਾ ਪਹਿਲਾਂ ਮਾਹ ਸਿੰਘ ਜੀ ਮਨਾ ਕਰ ਦਿੰਦੇ ਹਨ ਕਿ ਭੈਣੇ ਬਾਹਰ ਜ਼ਾਲਮਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ, ਜੇ ਕਿਤੇ ਤੁਹਾਨੂੰ ਫੜ ਲਿਆ ਗਿਆ ਤਾਂ ਪਤਾ ਨਹੀਂ ਤੁਹਾਡੇ ਨਾਲ ਕੀ ਸਲੂਕ ਕਰਨਗੇ। ਬੀਬੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਾਹ ਸਿੰਘ ਜੀ, ਸਿੱਖ ਕੌਮ ਦਾ ਬੜਾ ਵੱਡਾ ਕਰਜ਼ ਹੈ ਮੇਰੇ ਤੇ, ਅੱਜ ਮੌਕਾ ਹੈ, ਮੈਨੂੰ ਚੁਕਾ ਲੈਣ ਦਿਓ। ਇੱਕ ਸਵਾਲ ਹੋਰ ਸੀ, ਇਹ ਪਤਾ ਕਿਵੇਂ ਲੱਗਦਾ ਕਿ ਚਿੱਠੀ ਸਹੀ ਸਲਾਮਤ ਪਹੁੰਚ ਗਈ ਹੈ? ਤਾਂ ਇਸ ਦਾ ਵੀ ਇੱਕ ਹੱਲ ਕੱਢਿਆ ਗਿਆ। ਬੀਬੀ ਨੇ ਕਿਹਾ ਕਿ ਮੈਂ ਬਾਲਾ ਹਿਸਾਰ ਕਿਲੇ ਤੇ ਪਹੁੰਚ ਕੇ ਵੱਡੀ ਤੋਪ ਦਾ ਇੱਕ ਗੋਲਾ ਦਾਗਾਂਗੀ ਜਿਸ ਦੀ ਆਵਾਜ਼ ਤੁਹਾਨੂੰ ਪਹੁੰਚ ਜਾਣੀ ਹੈ
ਤਾਂ ਤੁਸੀਂ ਸਮਝ ਜਾਇਓ ਕਿ ਚਿੱਠੀ ਸਹੀ ਸਲਾਮਤ ਹਰੀ ਸਿੰਘ ਜੀ ਤੱਕ ਪਹੁੰਚ ਗਈ ਹੈ। ਮਾਨ ਸਿੰਘ ਜੀ ਨੇ ਚਿੱਠੀ ਵਿੱਚ ਲਿਖਿਆ, ਸਰਦਾਰ ਸਾਹਿਬ, ਸਾਨੂੰ ਪਤਾ ਹੈ ਕਿ ਤੁਸੀਂ ਬਿਮਾਰ ਹੋ, ਅਸੀਂ ਤੁਹਾਨੂੰ ਤੰਗ ਕਰਨਾ ਨਹੀਂ ਚਾਹੁੰਦੇ, ਪਰ ਜੇ ਤੁਸੀਂ ਪਹੁੰਚ ਜਾਓ ਤਾਂ ਸਿੱਖ ਕੌਮ ਦੀ ਸ਼ਾਨ ਦੇ ਪ੍ਰਤੀਕ ਇਸ ਕਿਲੇ ਨੂੰ ਬਚਾਇਆ ਜਾ ਸਕਦਾ ਹੈ। ਉਸੇ ਰਾਤ ਬੀਬੀ ਚਿੱਠੀ ਲੈ ਕੇ ਰਵਾਨਾ ਹੋ ਗਈ ਅਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਸਹੀ ਸਲਾਮਤ ਪਹੁੰਚ ਵੀ ਗਈ। ਉੱਥੇ ਜਾ ਕੇ ਉਸਨੇ ਤੋਪ ਦਾ ਫਾਇਰ ਕਰਵਾਇਆ ਤੇ ਮਾਨ ਸਿੰਘ ਜੀ ਹੁਣਾਂ ਨੂੰ ਪਤਾ ਲੱਗਿਆ ਕਿ ਚਿੱਠੀ ਸਹੀ ਸਲਾਮਤ ਪਹੁੰਚ ਗਈ ਹੈ। ਚਿੱਠੀ ਪੜ੍ਹਦਿਆਂ ਹੀ ਮੰਜੇ ਤੇ ਪਏ ਉਸ ਬੁੱਢੇ ਸ਼ੇਰ ਦੇ ਡੋਲੇ ਫੜਕਣ ਲੱਗ ਪਏ, ਅੱਖਾਂ ਵਿੱਚ ਨੀਰ ਆ ਗਿਆ। ਵੈਦ ਦੇ ਮਨਾ ਕਰਨ ਤੋਂ ਬਾਅਦ ਵੀ ਸਰਦਾਰ ਸਾਹਿਬ ਫੌਜ ਲੈ ਕੇ ਰਵਾਨਾ ਹੋ ਗਏ। ਉਹਨਾਂ ਦੀ ਫੌਜ ਵਿੱਚ 7000 ਪੈਦਲ ਸਿਪਾਹੀ, 3000 ਘੋੜਸਵਾਰ, 10 ਛੋਟੀਆਂ ਤੋਪਾਂ, 15 ਵੱਡੀਆਂ ਤੋਪਾਂ ਤੇ 25 ਤੋਪਚੀ ਸਨ। 29 ਤਰੀਕ ਦੀ ਰਾਤ ਨੂੰ ਹਨੇਰੇ ਵਿੱਚ ਹੀ ਫੌਜਾਂ ਰਵਾਨਾ ਹੋ ਗਈਆਂ ਤੇ 30 ਤਰੀਕ ਨੂੰ ਸਵੇਰ ਚੜ੍ਹਦੇ ਹੀ ਹਮਲਾ ਕਰ ਦਿੱਤਾ ਗਿਆ। ਪੂਰੀ 30 ਤਰੀਕ ਨੂੰ ਵੱਡੇ ਪੱਧਰ ਤੇ ਕੱਟ ਵੱਢ ਚੱਲਦੀ ਰਹੀ ਅਤੇ ਸ਼ਾਮ ਤੱਕ ਹਰੀ ਸਿੰਘ ਜੀ ਹੁਣਾਂ ਨੇ ਮੈਦਾਨ ਜਿੱਤ ਲਿਆ। ਪਠਾਨ ਵਾਪਸ ਭੱਜਣ ਲੱਗ ਪਏ। ਇੱਥੇ ਇੱਕ ਮੰਦਭਾਗੀ ਘਟਨਾ ਵਾਪਰ ਗਈ। ਇੱਕ ਸਿੰਘ ਜਿਨ੍ਹਾਂ ਦਾ ਨਾਮ ਇਤਿਹਾਸ ਨੇ ਨਿਧਾਨ ਸਿੰਘ ਪੰਜ ਹੱਥਾ ਦੱਸਿਆ ਹੈ, ਕਿਉਂਕਿ 1823 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਇੱਕ ਜੰਗ ਲੜਦਿਆਂ ਇਹਨਾਂ ਨੂੰ 5 ਹਮਲਾਵਰਾਂ ਨੇ ਘੇਰ ਲਿਆ ਸੀ। ਨਿਧਾਨ ਸਿੰਘ ਜੀ ਨੇ ਨਾ ਸਿਰਫ ਉਹਨਾਂ 5 ਦੀਆਂ ਗਰਦਨਾਂ ਲਾਈਆਂ, ਨਾਲ ਹੀ ਉਹਨਾਂ 5 ਦੀਆਂ ਤਲਵਾਰਾਂ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਚਰਨਾਂ ਵਿੱਚ ਰੱਖ ਦਿੱਤੀਆਂ ਤੇ ਮਹਾਰਾਜਾ ਨੇ ਖੁਸ਼ ਹੋ ਕੇ ਘੁੱਟ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਕਿਹਾ ਕਿ ਇਹ ਤਾਂ ਮੇਰਾ 5 ਹੱਥਾ ਹੈ। ਉਦੋਂ ਤੋਂ ਹੀ ਉਹਨਾਂ ਦਾ ਨਾਮ ਪੈ ਗਿਆ ਨਿਧਾਨ ਸਿੰਘ ਪੰਜ ਹੱਥਾ। ਅੱਜ ਦੇਖਣ ਤੇ ਆਪਾਂ ਨੂੰ ਇਹ ਇੱਕ ਗਲਤੀ ਲੱਗਦੀ ਹੈ, ਪਰ ਹੋ ਸਕਦਾ ਹੈ ਕਿ ਉਦੋਂ ਉਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਰਹੀ ਹੋਵੇ। ਵਾਪਸ ਭੱਜਦੇ ਅਫਗਾਨੀਆਂ ਨੂੰ ਖਦੇੜਨ ਲਈ ਨਿਧਾਨ ਸਿੰਘ ਜੀ ਕਾਫੀ ਦੂਰ ਤੱਕ ਉਹਨਾਂ ਦੇ ਪਿੱਛੇ ਪਿੱਛੇ ਚਲੇ ਗਏ। ਹਰੀ ਸਿੰਘ ਜੀ ਨੇ ਸੋਚਿਆ ਕਿ ਕਿਤੇ ਕੱਲਾ ਵੇਖ ਕੇ ਪਠਾਨ ਉਹਨਾਂ ਤੇ ਹਮਲਾ ਨਾ ਕਰ ਦੇਣ, ਤਾਂ ਹਰੀ ਸਿੰਘ ਜੀ ਵੀ ਉਹਨਾਂ ਦੀ ਮਦਦ ਕਰਨ ਲਈ ਪਿੱਛੇ ਚਲੇ ਗਏ। ਇਸ ਗੱਲ ਦਾ ਪਤਾ ਜਦੋਂ ਪਠਾਨਾਂ ਨੂੰ ਚੱਲਿਆ ਤਾਂ ਉਹਨਾਂ ਨੇ ਮੁੜ ਕੇ ਵਾਪਸ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਹਰੀ ਸਿੰਘ ਜੀ ਦੀ ਪਿੱਠ ਵਿੱਚ 2 ਗੋਲੀਆਂ ਲੱਗੀਆਂ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਖੂਨ ਬਹੁਤ ਤੇਜ਼ੀ ਨਾਲ ਵਗਣ ਲੱਗ ਪਿਆ, ਪਰ ਉਹਨਾਂ ਦੇ ਸਮਝਦਾਰ ਘੋੜੇ ਨੇ ਉਹਨਾਂ ਨੂੰ ਵਾਪਸ ਜਮਰੋਦ ਤੱਕ ਲੈ ਆਂਦਾ। ਪਰ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਰੀ ਸਿੰਘ ਜੀ ਦੇ ਵਾਪਸ ਆਉਂਦਿਆਂ ਨੂੰ ਸਿੱਖ ਨਗਾੜੇ ਵਜਾ ਰਹੇ ਸੀ, ਨੱਚ ਗਾ ਰਹੇ ਸੀ, ਪਰ ਉਹਨਾਂ ਨੂੰ ਵੇਖ ਕੇ ਮਾਹੌਲ ਦੁੱਖ ਵਿੱਚ ਬਦਲ ਗਿਆ। ਆਪਣੇ ਆਖਰੀ ਸਾਹਾਂ ਵਿੱਚ ਹਰੀ ਸਿੰਘ ਜੀ ਨੇ ਫੌਜ ਦੇ ਮੁੱਖ ਜਰਨੈਲ ਨੂੰ ਇੱਕ ਤਾਕੀਦ ਕੀਤੀ। ਉਹ ਕਹਿਣ ਲੱਗੇ ਕਿ ਆਪਣੀ ਗਿਣਤੀ ਬਸ 6000 ਹੀ ਬਚੀ ਹੈ ਤੇ ਅਫਗਾਨੀ 40000 ਤੋਂ ਵੀ ਵੱਧ ਹਨ, ਪਰ ਇਹ ਅਫਗਾਨੀ ਹਰੀ ਸਿੰਘ ਦੇ ਨਾਮ ਤੋਂ ਡਰਦੇ ਹਨ। ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਰੀ ਸਿੰਘ ਹੁਣ ਇਸ ਦੁਨੀਆ 'ਚੋਂ ਜਾ ਚੁੱਕਿਆ ਹੈ ਤਾਂ ਉਹ ਜਾਂਦੇ ਜਾਂਦੇ ਵਾਪਸ ਆ ਜਾਣਗੇ। ਇਸ ਲਈ ਜਦੋਂ ਤੱਕ ਲਾਹੌਰ ਤੋਂ ਗਈਆਂ ਫੌਜਾਂ ਵਾਪਸ ਨਾ ਆਉਣ, ਉਦੋਂ ਤੱਕ ਤੁਸੀਂ ਮੇਰੀ ਮੌਤ ਦੀ ਖਬਰ ਨੂੰ ਲੁਕਾ ਕੇ ਰੱਖਣਾ ਹੈ, ਮੇਰੀ ਮੌਤ ਡਿਕਲੇਅਰ ਨਹੀਂ ਕਰਨੀ। ਇਸ ਲਈ ਫਿਰ ਉਸੇ ਰਾਤ ਵੈਦ ਬੁਲਾ ਕੇ ਉਹਨਾਂ ਸਮਿਆਂ ਦੇ ਅਨੁਸਾਰ ਉਹਨਾਂ ਦਾ ਪੇਟ ਕੱਟ ਕੇ ਸਾਫ਼ ਕੀਤਾ ਗਿਆ ਤੇ ਲਾਸ਼ ਨੂੰ ਗਰਮੀ ਵਿੱਚ ਖਰਾਬ ਹੋਣ ਤੋਂ ਬਚਾਉਣ ਲਈ ਪੇਟ ਵਿੱਚ ਇੱਕ ਖਾਸ ਤਰ੍ਹਾਂ ਦਾ ਤੇਲ ਤੇ ਜੜੀ ਬੂਟੀਆਂ ਰੱਖ ਕੇ ਪੇਟ ਨੂੰ ਵਾਪਸ ਸਿਉਂ ਦਿੱਤਾ ਗਿਆ। ਅਤੇ ਕਮਾਲ ਦੀ ਗੱਲ ਇਹ ਹੈ ਕਿ ਕਿਲੇ ਤੋਂ ਬਾਹਰ ਜਾਣਾ ਤਾਂ ਬਹੁਤ ਵੱਡੀ ਗੱਲ ਹੈ, ਕਿਲੇ ਦੇ ਵਿੱਚ ਵੀ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ ਗਿਆ ਕਿ ਹਰੀ ਸਿੰਘ ਜੀ ਸ਼ਹੀਦ ਹੋ ਚੁੱਕੇ ਹਨ। ਹਰ ਰੋਜ਼ ਸਵੇਰੇ ਉਹਨਾਂ ਦਾ ਕਸ਼ਹਿਰਾ ਧੋ ਕੇ ਸੁੱਕਣੇ ਪਾਇਆ ਜਾਂਦਾ ਤੇ ਉਹਨਾਂ ਦੇ ਨਾਮ ਤੋਂ ਕੁਝ ਲਿਖਿਤ ਆਰਡਰ ਜਾਰੀ ਕੀਤੇ ਜਾਂਦੇ। ਇੱਥੋਂ ਤੱਕ ਕਿ ਇੱਕ ਹੋਰ ਰਾਈਟਰ ਗਿਆਨੀ ਗਿਆਨ ਸਿੰਘ ਜੀ ਆਪਣੇ ਇੱਕ ਲੇਖ ਵਿੱਚ ਦੱਸਦੇ ਹਨ ਕਿ 2 ਵਾਰ ਉਹਨਾਂ ਨੂੰ ਮੋਢਿਆਂ ਤੇ ਬਿਠਾ ਕੇ ਕਿਲੇ ਦੇ ਬਨੇਰੇ ਦਾ ਚੱਕਰ ਵੀ ਲਵਾਇਆ ਗਿਆ, ਤਾਂ ਕਿ ਜੇ ਕੋਈ ਖਬਰੀ ਸੂਹ ਲੈਣ ਨੂੰ ਫਿਰਦਾ ਹੋਵੇ ਤਾਂ ਉਹਨੂੰ ਇਹੀ ਲੱਗੇ ਕਿ ਹਰੀ ਸਿੰਘ ਜੀ ਹਜੇ ਜਿਉਂਦੇ ਹਨ। ਤੇ ਜਦੋਂ 7 ਮਈ ਨੂੰ ਫੌਜਾਂ ਲਾਹੌਰ ਤੋਂ ਵਾਪਸ ਆ ਗਈਆਂ, ਉਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਹਰੀ ਸਿੰਘ ਜੀ ਸ਼ਹੀਦ ਹੋ ਚੁੱਕੇ ਹਨ। ਤੇ ਜਦੋਂ ਫੌਜਾਂ ਲਾਹੌਰ ਤੋਂ ਪੇਸ਼ਾਵਰ ਵਾਪਸ ਆਈਆਂ, ਉਦੋਂ ਇੱਕ ਹੋਰ ਬਹੁਤ ਵੱਡੀ ਸੱਚਾਈ ਸਾਹਮਣੇ ਆਈ। ਪੇਸ਼ਾਵਰ ਦੇ ਕਿਲੇ ਤੋਂ ਹਰੀ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਈ ਚਿੱਠੀਆਂ ਲਿਖੀਆਂ ਸੀ ਕਿ ਸ਼ੇਰੇ ਪੰਜਾਬ, ਜੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹੈ ਤਾਂ ਪੇਸ਼ਾਵਰ ਦੀ ਫੌਜ ਨੂੰ ਵਾਪਸ ਭੇਜ ਦਿੱਤਾ ਜਾਵੇ, ਕਿਉਂਕਿ ਖਬਰੀ ਦੱਸ ਰਹੇ ਹਨ ਕਿ ਕੋਈ ਵੱਡਾ ਹਮਲਾ ਹੋ ਸਕਦਾ ਹੈ। 29 ਤਰੀਕ ਦੀ ਰਾਤ ਨੂੰ ਵੀ ਚੱਲਣ ਤੋਂ ਪਹਿਲਾਂ ਹਰੀ ਸਿੰਘ ਜੀ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ, ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਸਾਡੀ ਕੌਮ ਦੇ ਗੱਦਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਜ਼ੀਰ ਧਿਆਨ ਚੰਦ ਡੋਗਰੇ ਨੇ ਇਹ ਚਿੱਠੀਆਂ ਮਹਾਰਾਜਾ ਤੱਕ ਪਹੁੰਚਣ ਹੀ ਨਹੀਂ ਦਿੱਤੀਆਂ। ਹਰੀ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਮਾਨ ਸਿੰਘ ਨੇ ਵੀ ਇੱਕ ਚਿੱਠੀ ਲਿਖੀ ਸੀ। ਇਹ 5ਵੀਂ 6ਵੀਂ ਚਿੱਠੀ ਕਿਸੇ ਖਾਸ ਬੰਦੇ ਰਾਹੀਂ ਭੇਜੀ ਗਈ ਤੇ ਕਿਹਾ ਸੀ ਜਾ ਕੇ ਸਿੱਧੀ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਦੇਣੀ ਹੈ। ਇਹ ਉਹੀ ਡੋਗਰੇ ਹਨ ਜਿਨ੍ਹਾਂ ਨੇ ਰਾਜ ਹੜਪਣ ਲਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਦੇ ਕਈ ਮੈਂਬਰ ਧੋਖੇ ਨਾਲ ਮਰਵਾ ਦਿੱਤੇ। ਇਸੇ ਡੋਗਰੇ ਨੇ ਹੀ ਸੱਤਾ ਦੇ ਅਗਲੇ ਦਾਅਵੇਦਾਰ ਕੰਵਰ ਨਿਹਾਲ ਸਿੰਘ ਤੇ ਕਿਲੇ ਦਾ ਛੱਜਾ ਸੁਟਵਾ ਕੇ ਉਸ ਨੂੰ ਮਰਵਾ ਦਿੱਤਾ ਸੀ ਅਤੇ ਬਾਅਦ ਵਿੱਚ ਇਹਨਾਂ ਇਹ ਗੱਲ ਵੀ ਕਬੂਲ ਕੀਤੀ ਕਿ ਸਰਦਾਰ ਹਰੀ ਸਿੰਘ ਜੀ ਤੇ ਇਹਨਾਂ ਆਪਣੀ ਹੀ ਫੌਜ ਦੇ ਲੋਕਾਂ ਨੂੰ ਪੈਸੇ ਦੇ ਕੇ ਗੋਲੀਆਂ ਚਲਵਾਈਆਂ ਸਨ।
ਉਸ ਸ਼ੇਰ ਨੇ ਅੱਖਾਂ ਕੀ ਮਿੱਟੀਆਂ, ਸਾਡੀ ਕੌਮ ਉੱਤੇ ਬੁਰਾ ਦੌਰ ਸ਼ੁਰੂ ਹੋ ਗਿਆ ਤੇ ਸਭ ਤੋਂ ਬੁਰਾ ਦੌਰ ਅੱਜ ਉਸ ਟਾਈਮ ਹੈ ਜਿਸ ਨੂੰ ਅਸੀਂ ਆਪਣੀਆਂ ਚੁਣੀਆਂ ਹੋਈਆਂ ਆਜ਼ਾਦ ਸਿੱਖ ਸਰਕਾਰਾਂ ਦਾ ਦੌਰ ਕਹਿੰਦੇ ਹਾਂ। ਵਾਹਿਗੁਰੂ ਜੀ ਮਿਹਰ ਕਰਨ ਕਿ ਸਾਡੀ ਕੌਮ ਵਿੱਚ ਫੇਰ ਇਸ ਤਰ੍ਹਾਂ ਦੇ ਸੂਰਮੇ ਪੈਦਾ ਹੋਣ ਜੋ ਸਾਡੀ ਕੌਮ ਨੂੰ ਦੁਬਾਰਾ ਚੜ੍ਹਦੀ ਕਲਾ ਵਿੱਚ ਲੈ ਆਉਣ। ਵੀਡੀਓ ਨੂੰ ਐਂਡ ਤੱਕ ਪੂਰਾ ਦੇਖਣ ਲਈ, ਲਾਈਕ ਕਰਕੇ ਕਮੈਂਟ ਬਾਕਸ ਵਿੱਚ ਆਪਣੀ ਫਰਮਾਇਸ਼ ਦੱਸਣ ਲਈ ਅਤੇ ਦੂਸਰਿਆਂ ਤੋਂ ਚੈਨਲ ਸਬਸਕ੍ਰਾਈਬ ਕਰਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਹਾਂਜੀ, ਕੈਸੇ ਲਗੀ ਵੀਡੀਓ? ਹਾਂਜੀ, ਇਹ ਤੇ ਸੀ ਜੀ ਬਹਾਦਰੀ ਦਾ ਇੱਕ ਕਿੱਸਾ ਸਰਦਾਰ ਹਰੀ ਸਿੰਘ ਜੀ ਹੁਣਾਂ ਦਾ। ਤੇ ਉਹਦੇ ਵਿੱਚ ਇਹ ਵੀ ਕਿ ਜਿਹੜੀ ਪਠਾਨ ਤੇ ਸਿੱਖ ਹਿਸਟਰੀ ਹੈ ਨਾ, ਉਹਨੂੰ ਅਗਰ ਅਸੀਂ ਉਹਨੂੰ ਪੜ੍ਹਿਆ ਜਾਵੇ ਤੇ ਉਹ ਬੜੀ ਤਲਖ ਰਹੀ ਹੈ। ਆਪਸ 'ਚ ਬੜੀਆਂ ਜੰਗਾਂ ਰਹੀਆਂ ਨੇ, ਲੜਾਈਆਂ ਰਹੀਆਂ ਨੇ ਇਹਨਾਂ ਦੀਆਂ ਆਪਸ 'ਚ। ਹੁਣ ਜਿਹੜੀ ਇੱਕ ਦੂਜੇ ਨਾਲ ਜਿਹੜੀ ਇਹਨਾਂ ਦੀ ਨਫ਼ਰਤ ਹੈ ਉਹ ਹੁਣ ਸਾਨੂੰ ਸਾਹਮਣੇ ਆ ਰਹੀ ਹੈ ਹਿਸਟਰੀ ਦੇ ਜ਼ਰੀਏ ਕਿ ਵੀ ਇਹਨਾਂ ਦੋਵਾਂ ਕੌਮਾਂ ਵਿੱਚ ਬੜੀ ਇੱਕ ਦੂਜੇ ਬਾਰੇ ਨਫ਼ਰਤ ਹੈ। ਬਟ ਇਹ ਵੀ ਕਿ ਅੱਛੇ ਬੁਰੇ ਲੋਕ ਹਰ ਜਗ੍ਹਾ ਹੁੰਦੇ ਨੇ। ਜਿਵੇਂ ਕਿ ਆ ਲੜਕੀਆਂ ਨੂੰ ਅਗਵਾ ਕਰ ਲੈਂਦੇ ਸਨ, ਪਠਾਨ ਇਹ ਦੱਸਿਆ ਗਿਆ ਸਾਨੂੰ। ਹਾਂ, ਬ੍ਰਾਹਮਣ ਅਗਵਾ ਕਰ ਲੈਂਦੇ ਸਨ ਤੇ ਇਹ ਬਹਰਹਾਲ ਗਲਤ ਗੱਲ ਸੀ। ਦੇਖੋ ਜੀ, ਅੱਛੇ ਬੁਰੇ ਲੋਕ ਤੇ ਹਰ ਮੁਆਸ਼ਰੇ ਵਿੱਚ ਹੁੰਦੇ ਨੇ, ਰਹੇ ਨਾ, ਹਰ ਦੌਰ 'ਚ ਰਹੇ ਅੱਛੇ ਬੁਰੇ ਲੋਕ। ਜਿਵੇਂ ਆ ਡੋਗਰਾ ਸੀ, ਗੱਦਾਰ ਸੀ, ਇਹਨੇ ਵੀ ਮਹਾਰਾਜਾ ਤੱਕ ਕੁਝ ਚਿੱਠੀਆਂ ਨਹੀਂ ਪਹੁੰਚਣ ਦਿੱਤੀਆਂ। ਤੇ ਦੇਖੋ ਜੀ, ਜਿਹੜੇ ਗੱਦਾਰ ਨੇ ਨਾ ਉਹੀ ਕੌਮ ਨੂੰ ਡੁਬੋਂਦੇ ਨੇ, ਉਹੀ ਸਲਤਨਤ ਨੂੰ ਡੁਬੋਂਦੇ ਨੇ। ਜਿਵੇਂ ਟੀਪੂ ਸੁਲਤਾਨ ਦੇ ਜਿਹੜੇ ਗੱਦਾਰ ਸਨ, ਮੀਰ ਸਾਦਿਕ ਤੇ ਮੀਰ ਜਾਫਰ, ਉਹਨਾਂ ਨੂੰ ਤਾਰੀਖ ਹਮੇਸ਼ਾ ਬੁਰੇ ਨਾਮਾਂ ਤੋਂ ਯਾਦ ਰੱਖਦੀ ਹੈ। ਸੋ ਜਿਹੜੇ ਬਹਾਦਰ ਹੁੰਦੇ ਨੇ ਉਹਨਾਂ ਦੇ ਗੱਦਾਰ ਵੀ ਪੈਦਾ ਹੁੰਦੇ ਨੇ ਤੇ ਉਹਨਾਂ ਦੇ ਦੁਸ਼ਮਣੀਆਂ ਵੀ ਪੈਦਾ ਹੁੰਦੀਆਂ ਨੇ। ਬਹਰਹਾਲ ਸਰਦਾਰ ਹਰੀ ਸਿੰਘ ਜੀ ਹੁਣਾਂ ਦੀ ਅਸੀਂ ਹਿਸਟਰੀ ਪੜ੍ਹੀ, ਉਹਦੇ ਬਾਰੇ 'ਚ ਪੜ੍ਹ ਕੇ ਸਾਨੂੰ ਤੇ ਮਜ਼ਾ ਆਇਆ ਕਿ ਵੀ ਇੱਕ ਸਿੱਖ ਬਹਾਦਰ ਜਰਨੈਲ ਸਨ। ਉਹਨਾਂ ਦੀ ਬਾਇਓਗ੍ਰਾਫੀ ਸੀ, ਇਹਨਾਂ ਦੀ ਸ਼ਖਸੀਅਤ ਦੇ ਬਾਰੇ 'ਚ ਪਤਾ ਚੱਲਿਆ, ਉਹਨਾਂ ਦੇ ਬਾਰੇ 'ਚ ਪਤਾ ਚੱਲਿਆ। ਤੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ 'ਚ ਵੀ ਸਾਨੂੰ ਪਤਾ ਚੱਲਿਆ ਮਜ਼ੀਦ। ਅੱਛਾ, ਉਹ ਵੀ ਬਹਾਦਰ ਸੀ? ਨਹੀਂ, ਬਹਾਦਰ ਉਹ ਤੇ ਬੜੀ ਵੱਡੀ ਸਲਤਨਤ ਸੀ ਨਾ। ਦੇਖੋ, ਕਸ਼ਮੀਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਤੇ ਪੂਰਾ ਪੰਜਾਬ ਉਹਨਾਂ ਦੇ ਕੋਲ ਸੀ। ਉਹਨਾਂ ਦੀ ਤੇ ਬੜੀ ਵੱਡੀ ਹਕੂਮਤ ਸੀ ਮਹਾਰਾਜਾ ਰਣਜੀਤ ਸਿੰਘ ਦੀ, ਤੇ ਉਹਨਾਂ ਦੇ ਇੱਕ ਜਰਨੈਲ ਸਨ। ਤੇ ਬਹਰਹਾਲ ਇੱਕ ਬਹਾਦਰੀ ਸੀ, ਬਹਾਦਰ ਬੰਦੇ ਦੀ ਇੱਕ ਆਪਾਂ ਨੂੰ ਜਿਹੜੀ ਸਟੋਰੀ ਹੈ ਉਹ ਪਤਾ ਚੱਲੀ ਹੈ। ਤੇ ਮਜ਼ੀਦ ਜਿਹੜੀਆਂ ਹਿਸਟਰੀ ਦੇ ਹਵਾਲੇ ਨਾਲ, ਸਿੱਖ ਹਿਸਟਰੀ ਦੇ ਹਵਾਲੇ ਨਾਲ ਰਿਲੇਟਿਡ ਵੀਡੀਓ ਨੇ ਅਸੀਂ ਤੁਹਾਨੂੰ ਅੱਗੇ ਲੈ ਕੇ ਆਵਾਂ ਕਰਾਂਗੇ ਇਨਸ਼ਾ-ਅੱਲਾਹ ਤਾਲਾ। ਤੇ ਰੱਖੋ ਆਪਣਾ ਖਿਆਲ। ਤੇ ਸਾਡੇ ਬਾਜਵਾ ਵਲੌਗ ਤੇ ਜਿਹੜੇ ਆ ਰਹੇ ਨੇ ਹੁਣ ਰਿਐਕਸ਼ਨ ਵੀਡੀਓਜ਼, ਇਹਨਾਂ ਨੂੰ ਤੁਸੀਂ ਵੇਖੋ, ਇਹਨਾਂ ਨੂੰ ਮਤਲਬ ਇੰਜੋਏ ਕਰੋ। ਹੋਰ ਤੁਸੀਂ ਕਿਹੜੀ ਵੀਡੀਓਜ਼ ਵੇਖਣਾ ਚਾਹੁੰਦੇ ਹੋ, ਕਿੰਨਾ ਵੀਡੀਓਜ਼ ਤੇ ਰਿਐਕਸ਼ਨ ਵੇਖਣਾ ਚਾਹੁੰਦੇ ਹੋ ਸਾਡੇ ਦੋਨਾਂ ਦੇ ਨਾਲ, ਤੇ ਉਹ ਸਾਨੂੰ ਕਮੈਂਟਸ 'ਚ ਦੱਸੋ। ਤੇ ਸਾਡੇ ਬਾਜਵਾ ਵਲੌਗਸ ਨੂੰ ਕਰੋ ਸਬਸਕ੍ਰਾਈਬ ਕਰ ਲਓ ਮੇਰੇ ਇਸ ਚੈਨਲ ਨੂੰ। ਤੇ ਅਸੀਂ ਤਾਂ ਕਿ ਮਜ਼ੀਦ ਜਿਹੜੀਆਂ ਵੀਡੀਓਜ਼ ਹਿਸਟਰੀ ਤੋਂ ਰਿਲੇਟਡ ਅਸੀਂ ਕੋਸ਼ਿਸ਼ ਕਰਾਂਗੇ ਵੀਡੀਓਜ਼ ਲੈ ਕੇ ਆਈਏ। ਅਸੀਂ ਮਤਲਬ ਸਿੱਖ ਹਿਸਟਰੀ ਨੂੰ ਵੀ ਅਸੀਂ ਜਾਣਨਾ ਚਾਹੁੰਦੇ ਹਾਂ, ਕਿਉਂਕਿ ਸਿੱਖ ਤੇ ਮੁਸਲਮਾਨਾਂ ਦੀ ਹਿਸਟਰੀ ਤਕਰੀਬਨ ਨਾ ਪਿੱਛੋਂ ਬੈਕ ਟੂ ਨਹੀਂ, ਆਪਾਂ ਪੰਜਾਬੀਆਂ ਦੀ ਹਿਸਟਰੀ ਜਿਹੜੀ ਸਿੱਖ, ਆਪਾਂ ਐਜ਼ ਏ ਪੰਜਾਬੀ ਗੱਲ ਕਰ ਰਹੇ ਹਾਂ ਕਿ ਐਜ਼ ਏ ਪੰਜਾਬੀ ਅਸੀਂ ਚਾਹਾਂਗੇ ਕਿ ਪੰਜਾਬ ਦੇ ਜਿਹੜੇ ਲੋਕ ਨੇ, ਉਹ ਭਾਵੇਂ ਸਿੱਖ ਨੇ ਜਾਂ ਭਾਵੇਂ ਜਿਹੜੇ ਮੁਸਲਮਾਨ ਹੋਏ ਨੇ, ਉਹਨਾਂ ਦੇ ਬਾਰੇ 'ਚ ਉਹਨਾਂ ਦਾ ਜਿਹੜਾ ਪੁਰਾਣਾ ਵਕਤ ਹੈ ਉਹ ਕਿਵੇਂ ਗੁਜ਼ਰਿਆ ਵੇ, ਉਹਦੇ ਬਾਰੇ 'ਚ ਅਸੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਇਆ ਕਰਾਂਗੇ ਇਨਸ਼ਾ-ਅੱਲਾਹ ਤਾਲਾ। ਤੇ ਚੈਨਲ ਸਾਡੇ ਨੂੰ ਕਰ ਦਿਓ ਸਬਸਕ੍ਰਾਈਬ, ਤੇ ਮਿਲਦੇ ਹਾਂ ਤੁਹਾਨੂੰ ਫਿਰ ਇਨਸ਼ਾ-ਅੱਲਾਹ ਅਗਲੀ ਵੀਡੀਓ ਵਿੱਚ।